दाता विछड़ गया परिवार, माता नू नींद किवें आवे। पिता विछड़ गया परिवार, माता नू नींद किवें आवे। दीदा विछड़ गया परिवार, माता नू नींद किवें आवे। दीदा विछड़ गया परिवार, माता नींद किवें आवे। दीदा विछड़ गया परिवार, माता नू नींद किवें आवे। दीदा विछड़ गया परिवार, माता नू नींद किवें आवे। पिता विछड़ गया परिवार, माता नू नींद किवें आवे। पिता विछड़ गया परिवार, माता नू नींद किवें आवे। दीदा विछड़ गया परिवार, माता नू नींद किवें आवे। पिता विछड़ गया परिवार, माता नू नींद किवें आवे। दीदा विछड़ गया परिवार, माता नू नींद किवें आवे। दीदा विछड़ गया परिवार, जीदा विछड़ गया परिवार, जीदा विछड़ गया परिवार, दीदा विछड़ गया परिवार। दीदा विछड़ गया परिवार, दीदा विछड़ गया परिवार। दीदा विछड़ गया परिवार, माता नू नींद किवें आवे। जीदा विछड़ गया परिवार, माता नू नींद किवें आवे। जीदा विछड़ गया परिवार, माता नू नींद किवें आवे। दीदा विछड़ गया परिवार, माता नू नींद किवें आवे। दीदा विछड़ गया परिवार, माता नू नींद किवें आवे। दीदा विछड़ गया परिवार, माता नू नींद किवें आवे। दीदा विछड़ गया परिवार। सत्कारयोग गुरु जी की साजी और नवाजी हुई साध संगत जी, ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦਿਆਂ ਸਭ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਸ੍ਰੀ ਅਸਜ ਦੀ ਵਾਰ ਦਾ ਕੀਰਤਨ ਉਪਰੰਤ ਕੁਝ ਕੁ ਸਮਾਂ ਇਤਿਹਾਸ ਦੀ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਹੋ ਜਾਂਦੀ ਹੈ। ਸੰਗਤਾਂ ਜੁੜਦੀਆਂ ਹਨ, ਵੱਡੇ ਭਾਗਾਂ ਵਾਲੀਆਂ ਸੰਗਤਾਂ ਜੋ ਆਪਣੇ ਵੱਡਿਆਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲ ਕੇ ਉਹਨਾਂ ਨੂੰ ਯਾਦ ਕਰਦਿਆਂ, ਉਹਨਾਂ ਦੇ ਪਰਉਪਕਾਰ ਚੇਤੇ ਕਰਦਿਆਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਾਤਾ ਗੁਜਰੀ ਜੀ ਪੁੱਤਰ ਵਿਛੜ ਗਏ, ਨੂੰਹਾਂ ਵਿਛੜ ਗਈਆਂ, ਘਰ-ਬਾਰ ਵਿਛੜ ਗਿਆ। ਅੱਜ ਉਸ ਗੰਗੂ ਦੇ ਘਰ ਵਿੱਚ ਬੈਠ ਕੇ ਧੰਨ ਮਾਤਾ ਗੁਜਰੀ ਜੀ ਅਕਾਲ ਪੁਰਖ ਦਾ ਫਿਰ ਵੀ ਚਿੰਤਨ ਕਰਦੇ ਹਨ, ਵਾਹਿਗੁਰੂ ਨੂੰ ਸਿਮਰਦੇ ਹਨ। ਦੇਖੋ ਪਿੱਛੇ ਇਤਿਹਾਸ ਸੁਣਿਆ, ਕਿੰਨਾ ਕੁਝ ਹੋਇਆ ਉਸ ਗੁਜਰੀ ਮਾਤਾ ਦੇ ਨਾਲ। ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। ਗੰਗੂ ਦੇ ਘਰ ਵਿੱਚ ਬੈਠ ਕੇ ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ, ਵਿੱਚ ਛੱਤ ਦੇ ਦੇਖ ਕੇ ਮਾਲ ਗੰਗੂ। ਪੀਰ ਪੁੱਤ ਸੀ ਭਾਵੇ ਬ੍ਰਹਮਣ ਦਾ, ਪਰ ਨਿਕਲੇ ਬੜਾ ਚੰਡਾਲ ਗੰਗੂ।
ਉਸ ਮਾਤਾ ਦੇ ਉੱਤੇ ਬਿਪਤਾ ਦੀਆਂ ਘੜੀਆਂ, ਪਰ ਫਿਰ ਵੀ ਕਰਤਾਰ ਨੂੰ ਚੇਤੇ ਰੱਖਿਆ। ਸਭ ਕੁਝ ਵਿਛੜ ਗਿਆ, ਸੱਜੇ ਖੱਬੇ ਦੋਨੋਂ ਪੋਤਰੇ ਆਪਣੇ ਉਹ ਰੱਖੇ ਹੋਏ ਨੇ, ਗੋਦ ਵਿੱਚ ਪਾਏ ਹੋਏ ਨੇ। ਬਸ ਇਹਦਾ ਭਾਵ ਅਰਥ ਇੰਨਾ ਹੀ ਹੈ ਵੀ ਇੰਨੀਆਂ ਦੁੱਖ ਦੀਆਂ ਘੜੀਆਂ ਦੇ ਵਿੱਚ ਵੀ ਪਰਮਾਤਮਾ ਨੂੰ ਚੇਤੇ ਰੱਖਿਆ। ਦੁੱਖ ਬਹੁਤ ਸੀ, ਪਰ ਫਿਰ ਵੀ ਉਸ ਅਕਾਲ ਪੁਰਖ ਨੂੰ ਮਾਤਾ ਗੁਜਰੀ ਜੀ ਨੇ ਚੇਤੇ ਰੱਖਿਆ। ਪੂਰਨੇ ਪਾ ਦਿੱਤੇ ਸਿੱਖਾ, ਦੇਖੀ ਕਿਤੇ ਦੁੱਖ ਦੀ ਘੜੀ ਵਿੱਚ ਗੁਰੂ ਨੂੰ ਨਾ ਛੱਡਦੀ। ਅੱਜ ਭਾਗਾਂ ਵਾਲੇ ਹਾਂ ਜਿਹੜੇ ਆਪਾਂ ਗੁਰੂ ਜੀ ਦਾ ਆ ਕੇ ਸ਼ੁਕਰ ਕਰਦੇ ਹਾਂ, ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ। ਇਸ ਤਰ੍ਹਾਂ ਇਕੱਠੇ ਹੋ ਕੇ ਬੈਠਣ ਦਾ ਜਿਹੜਾ ਸੁਭਾਗਾ ਸਮਾਂ ਸਾਡੇ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਨਹੀਂ ਸਾਨੂੰ ਇਸ ਤਰ੍ਹਾਂ ਇਕੱਠੇ ਹੋ ਕੇ ਨਹੀਂ ਸੀ ਬੈਠਣ ਦਿੰਦੇ। ਇਸ ਕਰਕੇ ਇਹ ਸੰਘਰਸ਼ ਫਿਰ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਨੇ, ਕ੍ਰਾਂਤੀਕਾਰੀ ਮਹਾਂਪੁਰਖਾਂ ਨੇ ਇਹੀ ਸੰਘਰਸ਼ ਜਿੱਤਿਆ। ਫਿਰ ਜੀ ਨੇ ਸੁਣਿਆ ਉਹ ਜਿਹੜਾ ਨਾ ਕੱਟ ਕਸੀਰਾ ਸੌਂਪਿਆ ਰਵਿਦਾਸਾ ਗੰਗਾ ਦੀ ਬੇਟਾ, ਇੱਕ ਕਸੀਰਾ ਦੇ ਦਿੱਤਾ। ਕਹਿੰਦੇ ਉਸ ਵਕਤ ਦਿਓ ਜਦੋਂ ਗੰਗਾ ਨੇ ਹੱਥ ਕੱਢ ਕੇ ਬਾਂਹ ਕੱਢ ਕੇ ਫੜਿਆ ਨਾ, ਫੇਰ ਫੜਾਉਣਾ ਨਹੀਂ, ਇਹ ਨਹੀਂ ਫੜਾਉਣਾ, ਉਹ ਨਾ ਕਿਤੇ ਗੰਗਾ ਵਿੱਚ ਵਗਾ ਦੇ। ਫਿਰ ਗੰਗਾ ਦੇ ਵਿੱਚੋਂ ਹੱਥ ਨਿਕਲਿਆ। ਹੱਥ ਜਿਸ ਵਕਤ ਨਿਕਲਿਆ ਤੇ ਉਸ ਵਕਤ ਕਹਿੰਦੇ ਉਹ ਕਸੀਰਾ ਜਿਹੜਾ ਸੀ ਨਾ, ਦਮੜੀ ਸੀ, ਉਹ ਫੜਾ ਦਿੱਤੀ। ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ ਦੀ ਜਦੋਂ ਦਮੜੀ ਫੜਾ ਦਿੱਤੀ ਤੇ ਕਹਿੰਦੇ ਫਿਰ ਉਸ ਗੰਗਾ ਨੇ ਬੜਾ ਸੁੰਦਰ ਕੰਗਣ ਦੇ ਦਿੱਤਾ, ਇੱਕ ਕੀਮਤੀ ਕੰਗਣ, ਸੋਨੇ ਦਾ ਕੰਗਣ ਸੀ। ਹੁਣ ਭਗਤ ਰਵਿਦਾਸ ਕਹਿਣ ਲੱਗੇ, ਗੰਗਾ ਨੇ ਕਿਹਾ ਵੀ ਆ ਜੇ ਮੇਰੇ ਭਗਤ ਦੀ ਇੱਕ ਨਿਸ਼ਾਨੀ ਲੈ ਕੇ ਆਏ ਤਾਂ ਇੱਕ ਮੇਰੀ ਵੀ ਲੈ ਜਾ, ਮੇਰੇ ਭਗਤ ਨੂੰ ਜਾ ਕੇ ਦੇ ਦੀ। ਹੁਣ ਉਹ ਕੰਗਣ ਫੜਨ ਸਾਰ ਉਸ ਬ੍ਰਾਹਮਣ ਦਾ, ਵਿਦਵਾਨ ਦਾ ਮਨ ਜਿਹੜਾ ਬੇਈਮਾਨ ਹੋ ਗਿਆ। ਲੈ ਰਵਿਦਾਸ ਨੇ ਕੀ ਕਰਨੀ ਹੈ, ਉਹ ਜੋੜੇ ਕੱਢਣ ਵਾਲਾ, ਇੰਨੀ ਕੀਮਤੀ ਚੀਜ਼ ਉਹਦੇ ਕੀ ਕੰਮ ਹੈ, ਇਹ ਨਹੀਂ ਦੇਣੀ ਹੈ। ਘਰ ਲੈ ਗਿਆ ਆਪਣੇ, ਘਰ ਲਿਜਾ ਕੇ ਘਰ ਵਾਲੀ ਜਦੋਂ ਕੋਲ ਆਈ ਉਹਨੂੰ ਦਿਖਾਇਆ, ਦੇਖ ਕਿੰਨਾ ਸੋਹਣਾ ਸੋਨੇ ਦਾ ਕੰਗਣ ਹੈ। ਇਹ ਜਿਹੜਾ ਨਾ ਮੈਂ ਇੱਕ ਰਾਜੇ ਦੀ ਅੱਜ ਕਥਾ ਕੀਤੀ, ਵਿਦਵਾਨ ਆਪਣੀਆਂ ਲਾਗੇ ਉਰਲੀਆਂ ਪਰਲੀਆਂ ਮਾਰ, ਮੈਂ ਕਥਾ ਕੀਤੀ, ਰਾਜਾ ਖੁਸ਼ ਹੋ ਗਿਆ, ਉਹਨੇ ਮੈਨੂੰ ਇੱਕ ਸੋਨੇ ਦਾ ਕੰਗਣ ਦੇ ਦਿੱਤਾ। ਉਹ ਕਹਿਣ ਲੱਗੀ, ਅੱਛਾ ਬੜਾ ਤੁਹਾਡੀ ਤਾਂ ਵਧੀਆ ਜਿਹੜੀ ਆ ਉਹ ਚੜ੍ਹਤ ਹੈ। ਕਹਿੰਦੇ ਹਾਂ ਰਾਜਾ ਮੈਥੋਂ ਪੁੱਛ ਕੇ ਗੱਲ ਕਰਦਾ, ਜਿਹੜੀ ਵੀ ਕਰਦਾ। ਝੂਠ ਬੋਲ ਦਿੱਤਾ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਝੂਠ ਜਿਹੜਾ ਨਾ, ਇਹ ਇੱਕ ਨਾ ਇੱਕ ਦਿਨ ਮਾਰ ਦਿੰਦਾ ਹੈ, ਝੂਠ ਜਿਹੜਾ ਹੈ। ਇਸ ਕਰਕੇ ਜਦੋਂ 2-4 ਦਿਨ ਲੰਘੇ, ਉਹਨੇ ਇੱਕ ਹੱਥ ਵਿੱਚ ਪਾ ਲਿਆ, ਹੁਣ ਇੱਕ ਖਾਲੀ ਹੱਥ ਹੈ। ਬ੍ਰਾਹਮਣੀ ਨੇ ਕਿਹਾ, ਜਾਂ ਤਾਂ ਇਹਦੇ ਨਾਲ ਦਾ ਇੱਕ ਹੋਰ ਲਿਆ ਕੇ ਦਿਓ। ਜਦੋਂ ਤੁਹਾਡੀ ਰਾਜੇ ਨਾਲ ਸਿੱਧੀ ਗੱਲ ਹੈ, ਰਾਜਾ ਖੁਸ਼ ਹੋ ਜਾਂਦਾ ਤੁਹਾਡੇ ਤੇ ਕਿਰਪਾ ਕਰੋ, ਜਾਂ ਤਾਂ ਮੈਨੂੰ ਇਹਦੇ ਨਾਲ ਦਾ ਇੱਕ ਹੋਰ ਲਿਆ ਕੇ ਦਿਓ, ਨਹੀਂ ਆ ਵੀ ਲੈ ਜਾਓ। ਚੁੱਪ ਕਰ ਗਿਆ ਵਿਦਵਾਨ ਪੰਡਤ, ਕਿਉਂਕਿ ਝੂਠ ਬੋਲਿਆ ਸੀ ਨਾ। ਕਹਿਣ ਲੱਗਿਆ, ਕੋਈ ਗੱਲ ਨਹੀਂ, ਮੈਂ ਹੋਰ ਲਿਆਉਂਗਾ, ਰਾਜੇ ਕੋਲੇ ਮੈਂ ਕਥਾ ਕਰੂੰਗਾ, ਰਾਜਾ ਖੁਸ਼ ਹੋ ਜਾਊਗਾ। ਇਹ ਨਹੀਂ ਦੱਸਿਆ ਵੀ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਮਹਾਰਾਜ, ਉਹਨਾਂ ਨੇ ਮੈਨੂੰ ਜਿਹੜੀ ਉਹ ਦਮੜੀ ਦਿੱਤੀ, ਮੈਂ ਗੰਗਾ ਦੀ ਭੇਟਾ ਕਰੀ, ਗੰਗਾ ਨੇ ਮੈਨੂੰ ਦਿੱਤਾ। ਇਹ ਗੱਲ ਲੁਕੋ ਲਈ, ਵਿੱਚੋਂ ਕੱਟ ਹੀ ਦਿੱਤੀ। ਬਸ 2-4 ਦਿਨ ਲੰਘੇ, ਹੁਣ ਕਿਹੜੇ ਰਾਜੇ ਨੇ ਦੇਣਾ ਸੀ। ਘਰ ਵਿੱਚ ਕਲੇਸ਼ ਪੈ ਗਿਆ, ਵੱਧ ਗਿਆ ਕੰਮ। ਨਹੀਂ ਤਾਂ ਮੈਨੂੰ ਇਹਦੇ ਨਾਲ ਦਾ ਕੰਗਣ ਲਿਆ ਕੇ ਦਿਓ, ਤੇ ਨਹੀਂ ਸਭ ਦਾਣਾ ਪਾਣੀ ਬੰਦ, ਤੇ ਮੈਂ ਘਰ ਛੱਡ ਕੇ ਜਾ ਰਹੀ ਹੈ, ਇਹ ਕਹਿ ਦਿੱਤਾ। ਹੁਣ ਡਰ ਗਿਆ ਵਿਦਵਾਨ ਪੰਡਤ, ਇਹ ਕੀ ਇੱਕ ਉਸ ਭਗਤ ਦੀ ਦਮੜੀ ਨੇ ਸਾਡੇ ਘਰ ਵਿੱਚ ਸਿਆਪਾ ਪਾ ਦਿੱਤਾ। ਗਿਆ ਭਗਤ ਰਵਿਦਾਸ ਜੀ ਮਹਾਰਾਜ ਕੋਲ ਜਾ ਕੇ ਬੈਠ ਗਿਆ, ਅਰਜ ਕਰੀ, ਭਗਤ ਜੀ ਜਦੋਂ ਮੈਂ ਤੁਹਾਡੀ ਭੇਟਾ ਕੀਤੀ ਨਾ, ਉਹ ਦਮੜੀ ਸੀ ਜਿਹੜੀ ਗੰਗਾ ਨੂੰ,
ਤੇ ਉਸ ਵਕਤ ਗੰਗਾ ਨੇ ਖੁਸ਼ ਹੋ ਕੇ ਇੱਕ ਸੋਨੇ ਦਾ ਕੰਗਣ ਦੇ ਦਿੱਤਾ। ਉਹ ਲਿਆ ਕੇ ਮੈਂ ਘਰਵਾਲੀ ਨੂੰ ਦੇ ਦਿੱਤਾ। ਹੁਣ ਉਹ ਕਹਿੰਦੀ ਹੈ ਜਾਂ ਤਾਂ ਇਹਦੇ ਨਾਲ ਦਾ ਹੋਰ ਲਿਆ ਕੇ ਦੇ, ਤੇ ਨਹੀਂ ਫਿਰ ਸਭ ਕੁਝ ਹੀ ਸਮਾਪਤ ਕਰ ਦੂੰ ਇੱਥੇ। ਉਸ ਵਕਤ ਕਿਹਾ ਭਗਤ ਰਵਿਦਾਸ ਜੀ ਮਹਾਰਾਜ ਨੇ, ਕਹਿੰਦੇ ਤੂੰ ਗੰਗਾ ਤੋਂ ਲੈ ਕੇ ਆਇਆ ਸੀ? ਹਾਂ। ਫਿਰ ਤਾਂ ਸਾਨੂੰ ਦੱਸਿਆ ਨਹੀਂ। ਤੇ ਉਸੇ ਵਕਤ ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ ਜਿੱਥੇ ਬੈਠੇ ਸੀ, ਜੁੱਤੀਆਂ ਗੰਢਦੇ ਸੀ ਨਾ, ਉਥੋਂ ਆਪਣਾ ਜਿਹੜਾ ਕੁੰਡਾ ਸੀ ਪਾਸੇ ਕੀਤਾ, ਉਹਦੇ ਥੱਲੇ ਦੀ ਗੰਗਾ ਵਗ ਰਹੀ ਹੈ। ਕਹਿੰਦੇ ਗੰਗਾ ਸਾਧੂ ਮਹਾਂਪੁਰਖਾਂ ਦੇ ਚਰਨ ਪਰਸ਼ਨ ਵਾਸਤੇ ਨਾ ਬੈਕੁੰਠ ਧਾਮ ਨੂੰ ਛੱਡ ਕੇ ਆ ਜਾਂਦੀ ਹੈ, ਕਿਉਂਕਿ ਉੱਥੇ ਲੋਕ ਜੀਵ ਨਹਾ ਕੇ ਆਪਣੇ ਪਾਪ ਉਤਾਰੇ ਆਉਂਦੇ ਨੇ। ਤੇ ਉਹ ਪਾਪ ਜਦੋਂ ਉਤਰ ਗਏ, ਮਹਾਰਾਜ ਜੀ ਕਹਿੰਦੇ ਬੱਜਰ ਪਾਪ ਕੀਤੇ ਗੰਗਾ। ਬੱਜਰ ਪਾਪ ਨਾ ਉਤਰੇ ਜੋ ਕੀਤੇ ਗੰਗਾ। ਕਹਿੰਦੇ ਸਾਡੇ ਜਿਹੜੇ ਇਹੋ ਜਿਹੇ ਪਾਪ ਨੇ, ਅਗੀ ਪਾਪ ਨੇ, ਜਦੋਂ ਅਸੀਂ ਤੀਰਥਾਂ ਤੇ ਨਹਾ ਕੇ ਆਉਂਦੇ ਆ ਨਾ, ਉੱਥੇ ਸਾਡੇ ਪਾਪ ਜਿਹੜੇ ਉਹ ਦੂਰ ਹੋ ਜਾਂਦੇ ਨੇ। ਕਾਦੇ ਨਾਲ? ਗੁਰੂ ਦੇ ਸ਼ਬਦ ਦੇ ਨਾਲ, ਨਾਮ ਨਾਲ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਮਹਾਰਾਜ ਜੀ ਕਹਿੰਦੇ ਤੀਰਥ ਤੇ ਇਸ਼ਨਾਨ ਕਰਨ ਦੇ ਨਾਲ ਇੱਕ ਜਿਹੜਾ ਉਹ ਪਾਪ ਉਤਰ ਗਿਆ। ਫਿਰ ਉੱਥੇ ਬਾਣੀ ਪੜ੍ਹੀ ਬੈਠ ਕੇ 2 ਪਾਪ ਉਤਰ ਗਏ। ਤੀਰਥ ਐਵੇਂ ਨਹੀਂ ਬਣਾਏ ਰੱਬ ਦੇ ਪਿਆਰਿਆਂ ਨੇ। ਕਹਿਤ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਮਹਾਰਾਜ ਜੀ ਕਹਿਣ ਲੱਗੇ ਤੀਰਥ ਵੱਡਾ ਹੈ, ਕਿਉਂਕਿ ਉੱਥੇ ਆ ਕੇ ਪ੍ਰਮਾਤਮਾ ਦੇ ਪਿਆਰਿਆਂ ਨੇ ਬੈਠ ਕੇ ਬੰਦਗੀ ਕੀਤੀ। ਬੰਦਗੀ ਕਰਦਿਆਂ ਕਰਦਿਆਂ ਉਹ ਤੀਰਥ ਪ੍ਰਗਟ ਹੋ ਗਿਆ। ਹਰੀ ਦੇ ਪਿਆਰੇ ਵੱਡੇ ਹੋ ਗਏ, ਨਾਮ ਜਪਣ ਵਾਲੇ। ਕਹਿਣ ਲੱਗੇ ਉਹ ਗੰਗਾ ਵੀ ਛੱਡ ਕੇ ਨਾ, ਜਿਸ ਗੰਗਾ ਉੱਤੇ ਜਾ ਕੇ ਇਸ਼ਨਾਨ ਕਰਦਿਆਂ ਕੋਈ ਹਰਿਦੁਆਰ ਜਾਂਦਾ, ਕੋਈ ਰਿਸ਼ੀਕੇਸ਼ ਜਾਂਦਾ, ਕੋਈ ਕੁਰਸ਼ੇਤਰ ਜਾਂਦਾ, ਕੋਈ ਹੇਮਕੁੰਟ ਸਾਹਿਬ ਜਾਂਦਾ, ਕੋਈ ਹਜੂਰ ਸਾਹਿਬ ਜਾਂਦਾ, ਕੋਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਤੇ ਜਾਂਦਾ ਹੈ। ਸਿੱਖਾਂ ਦਾ ਸਭ ਤੋਂ ਸਰਮੌਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਉਸ ਉਦੋਂ ਨਹੀਂ ਦੁੱਖ ਕੱਟੇ ਜਾਂਦੇ ਸੀ, ਅੱਜ ਵੀ ਕੱਟੇ। ਅੱਜ ਤੁਸੀਂ ਆ ਦੇਖੋ, ਮੀਡੀਆ ਦਾ ਯੁੱਗ ਹੈ, ਮੁਹੱਲਿਆਂ ਵਿੱਚ ਸਾਰਿਆਂ ਦੇ ਆ ਗਿਆ। ਹੁਣ ਕੋਈ ਬੰਦਾ ਪਰਸੋਂ ਚੌਥੇ ਦੀ ਗੱਲ ਹੈ, ਵੀਲ ਚੇਅਰ ਤੇ ਲਿਆਂਦਾ ਸੀ, ਠੀਕ ਉਮਰ ਸੀ, 30-35 ਸਾਲ ਦੀ ਉਮਰ ਸੀ। ਉਹਦੀਆਂ ਦੋਨੋਂ ਲੱਤਾਂ ਜਿਹੜੀਆਂ ਮਰੀਆਂ ਹੋਈਆਂ ਸੀ, ਭਾਵ ਉਹ ਲੱਤਾਂ ਤੋਂ ਤੁਰ ਨਹੀਂ ਸਕਦਾ। ਹਰ ਵਕਤ ਉਹ ਵੀਲ ਚੇਅਰ ਤੇ ਪਾ ਕੇ ਇੱਧਰ ਵੀ ਲੈ ਕੇ ਜਾਣਾ ਉਹਨੂੰ। ਚਲੋ ਕਹਿਣ ਤੇ ਫਿਰ ਉਹ ਹਰਿਮੰਦਰ ਸਾਹਿਬ ਦੀ ਧਰਤੀ ਉੱਤੇ ਆਇਆ, ਅੰਮ੍ਰਿਤਸਰ ਦੀ ਧਰਤੀ ਉੱਤੇ ਲਿਆ ਕੇ। ਜਿਸ ਵਕਤ ਉਹਨੇ ਪਹਿਲਾਂ ਇਸ਼ਨਾਨ ਕੀਤਾ, ਜਿੱਥੇ ਦੁੱਖ ਭੰਜਨੀ ਬੇਰੀ ਬਣੀ ਹੈ ਰਜਨੀ ਦੀ, ਰਜਨੀ ਦਾ ਜਿਹੜਾ ਪਤੀ ਸੀ ਉਹਦਾ ਕੋਹੜ ਕੱਟਿਆ ਗਿਆ ਸੀ, ਉੱਥੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਨਾਲ ਦਿਆਂ ਨੇ ਫੜ ਕੇ ਬਿਠਾ ਦਿੱਤਾ। ਬਾਣੀ ਪੜ੍ਹੀ, ਅਰਦਾਸ ਕਰੀ। ਅਰਦਾਸ ਕਰਕੇ ਫਿਰ ਉਹ ਆਪਣੇ ਸਹਾਰੇ ਨਾਲ ਆਪੇ ਉੱਠਿਆ। ਅੱਜ ਸਾਰੇ ਆ ਮੋਬਾਈਲਾਂ ਦੇ ਵਿੱਚ, ਅਖਬਾਰਾਂ ਰਾਹੀਂ ਸਾਰਾ ਕੁਝ ਮੀਡੀਆ ਨੇ ਵਿਖਾਇਆ। ਅੱਜ ਮੀਡੀਆ ਦਾ ਯੁੱਗ ਹੈ, ਤੇ ਚੱਕ ਕੇ ਉਹ ਫਿਰ ਸਾਰਾ ਦਿਖਾਇਆ। ਉਹ ਬੰਦਾ ਆਪਣੇ ਆਪ ਤੁਰਿਆ ਆਉਂਦਾ, ਬੋਲ ਕੇ ਦੱਸਦਾ, ਮੈਨੂੰ ਕਈ ਸਾਲ ਹੋ ਗਏ ਸੀ ਵੀਲ ਚੇਅਰ ਤੇ ਪਿਆ, ਮੈਥੋਂ ਤੁਰਿਆ ਨਹੀਂ ਸੀ ਜਾਂਦਾ, ਪਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੇ ਕਿਰਪਾ ਕਰ ਦਿੱਤੀ, ਅੱਜ ਮੈਨੂੰ ਦੁਬਾਰਾ ਜੀਵਨ ਦੇ ਦਿੱਤਾ। ਆਗੇ ਸਮਝ ਚਲੀ ਨਾ ਦਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਤੇ ਸੱਚੇ ਪਾਤਸ਼ਾਹ ਮਹਾਰਾਜ ਵੀ ਕਹਿੰਦੇ ਨੇ ਪਿਆਰ ਵਿੱਚ ਆ ਕੇ, ਉਹ ਮਨਾ ਤੂੰ ਵੀ ਉਸ ਪਰਮਾਤਮਾ ਦਾ ਨਾਮ ਜਪ, ਹਜੇ ਹੈਗਾ ਸਮਾਂ ਤੇਰੇ ਕੋਲੇ ਜਪਣ ਦਾ। ਜਪ ਤਾਂ ਸਹੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਕਹਿੰਦੇ ਨੇ, ਅਜੇ ਤਾਂ ਕੁਝ ਨਹੀਂ ਵਿਗੜਿਆ ਬਈ ਤੇਰਾ, ਓ ਗੋਬਿੰਦ ਜਪ ਲੈ ਮਨਾ, ਕੁਝ ਨਹੀਂ ਵਿਗੜਿਆ ਤੇਰਾ, ਗੋਬਿੰਦ ਜਪ ਲੈ ਮਨਾ।
ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਅਜਹੂ ਕੁਛ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੇ। ਭਗਤ ਜੀ ਤੁਹਾਡੀ ਦਮੜੀ ਨੇ ਸਾਡੇ ਘਰ ਵਿੱਚ ਸਿਆਪਾ ਪਾ ਦਿੱਤਾ। ਮਾਤਾ ਨੇ ਕੰਗਣ ਦੇ ਦਿੱਤਾ ਤੇ ਉਹ ਕੰਗਣ ਮੈਂ ਘਰ ਵਾਲੀ ਨੂੰ ਦੇ ਦਿੱਤਾ। ਉਹ ਕਹਿੰਦੀ ਇਹਦੇ ਨਾਲ ਦਾ ਹੋਰ ਲਿਆ ਕੇ ਦੇ, ਤੇ ਨਹੀਂ ਤਾਂ ਫਿਰ ਨਰਕ ਬਣ ਜੂ ਕਰਦਾ। ਭਗਤ ਜੀ ਨੇ ਚੱਕੇ ਕੁੰਡਾ ਜਾਂ ਚੁੱਕਿਆ ਆਪਣਾ, ਕਹਿੰਦੇ ਆ ਦੇਖ, ਨਾਲੇ ਤਾਂ ਗੰਗਾ ਜਾ ਰਹੀ ਹੈ ਥੱਲੇ ਦੀ ਉਹਦੇ, ਤੇ ਨਾਲ ਨਾਲ ਜਿਹੜੀਆਂ ਉਹ ਹਜ਼ਾਰਾਂ ਹੀ ਕੰਗਣ ਉਹਦੇ ਵਿੱਚ ਦੀ ਰੁੜੇ ਜਾ ਰਹੇ ਨੇ। ਬਸ ਮੱਥਾ ਤਾਂ ਜ਼ਰੂਰ ਟੇਕਤਾ, ਪਰ ਕਹਿੰਦੇ ਸਾਡੇ ਨਾਲੋਂ ਵੀ ਇਹ ਤਾਂ ਅੱਗੇ ਲੰਘ ਗਿਆ। ਈਰਖਾ ਭਾਵ ਵੱਧਦੀ ਗਈ। ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦੀ ਈਰਖਾ ਵੱਧਦੀ ਗਈ। ਅੱਜ ਵੀ ਈਰਖਾ ਹੀ ਬਹੁਤੀ ਹੈ ਇਹਨਾਂ ਲੋਕਾਂ 'ਚ। ਭਾਈ ਗੁਰਦਾਸ ਜੀ ਕਹਿੰਦੇ, ਗਿੱਦੜ ਹੱਥ ਨਾ ਉਪੜਿਆ ਆਖੈ ਤੂੰ ਕੌੜੀ। ਇਸ ਤਰ੍ਹਾਂ ਬਹੁਤੇ ਲੋਕ, ਪਰ ਈਰਖਾ ਨਾ ਕਰੋ। ਉੱਥੇ ਉਸ ਮੰਜ਼ਿਲ ਤੱਕ ਜਾਣ, ਇੱਕ ਮਨੁੱਖ ਪੌੜੀ ਲਾ ਕੇ ਕੋਠੇ ਉੱਤੇ ਚੜ ਗਿਆ, ਤੇ ਇੱਕ ਮੇਰੇ ਵਰਗਾ ਹੁਣ ਆ ਅਪਾਹਜ ਹੈ ਵਿਚਾਰੇ ਤੋਂ, ਉਹ ਤੋਂ ਚੜਿਆ ਨਹੀਂ ਜਾਂਦਾ। ਜੇ ਉਹਦੀ ਈਰਖਾ ਕਰੇ ਵੀ ਉਹ ਪੌੜੀ ਉੱਤੇ ਚੜਿਆ ਖੜਾ, ਕੋਠੇ ਉੱਤੇ ਚੜਿਆ ਖੜਾ, ਤੇ ਮੈਥੋਂ ਚੜਿਆ ਨਹੀਂ ਜਾਂਦਾ, ਮਾੜੀ ਗੱਲ ਹੈ ਨਾ। ਅੱਜ ਕਹਿੰਦੇ ਮਿਹਨਤ ਕਰ, ਚੱਲ ਚੜ, ਹੌਲੀ ਹੌਲੀ ਤੈਨੂੰ ਜ਼ਰੂਰ ਜਿਹੜਾ ਉੱਥੇ ਤੂੰ ਪਹੁੰਚ ਜਾਏਗਾ। ਜਿਵੇਂ ਸਾਡੇ ਸੰਤ ਸਰਾਉਂਦੇ ਹੁੰਦੇ, ਕਹਿੰਦੇ ਕੋਈ ਪਿੰਡ ਦਾ ਨੰਬਰਦਾਰ ਮਰ ਗਿਆ, ਇੱਕ ਘਰ ਸੀ, ਬਾਰ-ਬਾਰ ਉਹਨਾਂ ਦੇ ਬੱਚਿਆਂ ਨੇ ਜਾ ਕੇ ਕਿਹਾ, ਆਪਣੇ ਪਿਤਾ ਨੂੰ ਮਾਤਾ ਨੂੰ ਕਿਹਾ, ਅੱਜ ਪਿੰਡ ਦਾ ਨੰਬਰਦਾਰ ਮਰ ਗਿਆ। ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਮਰ ਗਿਆ ਉਹਦਾ ਪੁੱਤਰ ਹੈਗਾ, ਉਹਨੂੰ ਬਣਾ ਦੇਣਗੇ ਅੱਗੇ। ਕਹਿਣ ਲੱਗੇ ਜੇ ਉਹ ਵੀ ਮਰ ਗਿਆ, ਫੇਰ ਕਹਿਣ ਲੱਗੇ ਕੋਈ ਨਹੀਂ, ਉਹਦਾ ਪੋਤਾ ਹੈਗਾ ਅੱਗੇ, ਉਹਨੂੰ ਬਣਾ ਦੇਣਾ। ਗੱਲਾਂ ਕਰਦਿਆਂ ਕਰਦਿਆਂ ਕਹਿੰਦੇ ਜੇ ਉਹ ਵੀ ਮਰ ਗਿਆ, ਫੇਰ ਕਹਿੰਦੇ ਕੋਈ ਨਹੀਂ, ਚਲੋ ਉਹਨਾਂ ਦਾ ਲਾਣਾ ਬੜਾ ਵੱਡਾ ਹੈ, ਉਹ ਬਜ਼ੁਰਗ ਦੇ ਭਰਾ ਭਤੀਜੇ ਉਹਨਾਂ ਦੇ ਹੈਗੇ, ਉਹਨੂੰ ਬਣਾ ਦੇਣਗੇ। ਗੱਲਾਂ ਕਰਦਿਆਂ ਕਰਦਿਆਂ ਫੇਰ ਕਹਿਤਾ, ਉਹ ਕਹਿੰਦਾ ਭਾਵੇਂ ਸਾਰਾ ਟੱਬਰ ਮਰ ਜੇ, ਉਹਨਾਂ ਦਾ ਤੈਨੂੰ ਨੰਬਰਦਾਰੀ ਨਹੀਂ ਮਿਲਦੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਕਰਕੇ ਭਾਵ ਈਰਖਾ ਕਰਕੇ ਮਹਾਰਾਜ ਜੀ ਕਹਿਣ ਲੱਗੇ, ਕੁਝ ਨਹੀਂ ਜੇ ਪ੍ਰਾਪਤ ਹੁੰਦਾ, ਉਹਦੇ ਵਾਸਤੇ ਕੁਝ ਨਾ ਕੁਝ ਕਰੋ ਕਮਾਈ। ਮੈਂ ਆਪਣੀ ਹੱਡ ਬੀਤੀ ਕਿਉਂ ਸੁਣਾਉਣਾ ਹੁੰਦਾ ਵੀ ਇੱਥੇ ਤੱਕ ਮੰਜ਼ਿਲ ਤੇ ਪਹੁੰਚਣ ਵਾਸਤੇ ਇੰਨੇ ਦੁੱਖ ਝੱਲ ਝੱਲ ਕੇ ਬੁੱਲਿਆ, ਫਿਰ ਢਾਕ ਮਹਿਬੂਬ ਦੀ ਆਏ। ਜਿਸ ਤਰ੍ਹਾਂ ਹੀ ਕਹੀਏ ਵੀ ਇਸ ਤਰ੍ਹਾਂ ਬਣਿਆ ਬਣਾਈ ਮਿਲ ਜੇ, ਮਹਾਰਾਜ ਜੀ ਕਹਿੰਦੇ ਨਹੀਂ, ਮਿਹਨਤ ਕਰਨੀ ਪਊਗੀ, ਕੁਝ ਨਾ ਕੁਝ ਤਾਂ ਮਿਹਨਤ ਕਰ, ਫੇਰ ਕਿਤੇ ਜਾ ਕੇ ਤੂੰ ਇੱਥੇ ਪਹੁੰਚੇਗਾ। ਭਗਤ ਰਵਿਦਾਸ ਜੀ ਦੀ ਹੁਣ ਈਰਖਾ ਹੀ ਕਰੀ ਜਾਂਦੇ ਨੇ। ਉਹ ਕਹਿੰਦੇ ਇਹਨੂੰ ਕੀ ਅਧਿਕਾਰ ਹੈ ਆ ਠਾਕਰ ਪੂਜਣ ਦਾ? ਠਾਕਰ ਪੂਜਦਾ ਭੂਰੇ ਰੰਗ ਦੇ ਜਿਹੜੇ ਠਾਕਰ ਨੇ, ਜਿਨ੍ਹਾਂ ਦੀ ਇਹ ਪੂਜਾ ਕਰਦਾ ਹੈ, ਇਹਨੂੰ ਕੀ, ਇਹਨੂੰ ਪਤਾ ਵੀ ਮੇਰੇ ਉੱਤੇ ਠਾਕਰ ਖੁਸ਼ ਨੇ? ਕਹਿੰਦੇ ਪੁੱਛ ਲਓ ਭਗਤ ਰਵਿਦਾਸ ਜੀ ਮਹਾਰਾਜ ਨੂੰ। ਉਹ ਕਹਿਣ ਲੱਗੇ, ਰਵਿਦਾਸ ਤੂੰ ਨੀਚ ਜਾਤ ਦਾ ਹੋ ਕੇ ਠਾਕਰਾਂ ਦੀ ਪੂਜਾ ਕਰਦਾ, ਤੇਰੇ ਵਾਸਤੇ ਚੰਗੀ ਗੱਲ ਨਹੀਂ। ਕਹਿਣ ਲੱਗੇ ਰਾਜੇ ਦੇ ਕੋਲ ਸ਼ਿਕਾਇਤ ਪਹੁੰਚ ਗਈ, ਇਹ ਜਿਹੜਾ ਨਾ ਉਹ ਪੂਜਾ ਕਰਦਾ ਹੈ, ਠਾਕਰਾਂ ਦੀ ਪੂਜਾ ਕਰਦਾ ਹੈ। ਕਹਿੰਦੇ ਸਾਰੇ ਵਿਦਵਾਨਾਂ ਨੇ ਉਹ ਠਾਕਰ ਇਕੱਠੇ ਕਰ ਲਏ। ਭਗਤ ਰਵਿਦਾਸ ਜੀ ਮਹਾਰਾਜ ਨੂੰ ਵੀ ਕਹਿਤਾ, ਜਿਹੜਾ ਨਾ ਉਹ ਗੰਗਾ ਦੇ ਪਰਲੇ ਪਾਸੇ ਰੱਖ ਦੋ ਠਾਕਰ ਸਾਰੇ, ਵਧੀਆ ਚੌਂਕੀਆਂ, ਚੰਦਨ ਦੀਆਂ ਚੌਂਕੀਆਂ, ਵਧੀਆ ਕੀਮਤੀ ਵਸਤਰਾਂ ਵਿੱਚ ਲਪੇਟ ਕੇ ਠਾਕਰ ਪਰਲੇ ਪਾਸੇ ਰੱਖ ਦਿੱਤੇ। ਤੇ ਭਗਤ ਰਵਿਦਾਸ ਜੀ ਮਹਾਰਾਜ ਨੂੰ ਵੀ ਹੁਕਮ ਹੋ ਗਿਆ, ਤੁਸੀਂ ਵੀ ਆਪਣਾ ਠਾਕਰ ਰੱਖ ਦਿਓ ਉੱਥੇ। ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਵੀ ਆਪਣਾ ਠਾਕਰ ਰੱਖ ਦਿੱਤਾ। ਸਾਰੇ ਵਿਦਵਾਨ ਬੈਠ ਕੇ ਆਰਤੀਆਂ ਕਰਨ ਲੱਗੇ ਵੀ ਜਿਹਦੇ ਨਾਲ ਪਰਮਾਤਮਾ ਖੁਸ਼ ਹੋਊਗਾ ਉਹਦਾ ਠਾਕਰ ਪਾਣੀ ਉੱਤੋਂ ਦੀ ਤਰਦਾ ਹੋਊਗਾ। ਸਾਰੇ ਵਿਦਵਾਨ ਲੱਗੇ ਆਰਤੀਆਂ ਕਰਨ, ਪਰ ਕਰਦੇ ਕੰਠ ਵਿੱਚੋਂ, ਗਲੇ ਵਿੱਚੋਂ ਹੀ ਹੈ ਇਕੱਲਾ, ਅੰਦਰੋਂ ਨਹੀਂ ਕਰਦੇ ਹੈ। ਤੇ ਭਗਤ ਰਵਿਦਾਸ ਜੀ ਮਹਾਰਾਜ ਜੀ ਵੀ ਲਾਗੇ ਕਰਨ, ਐਸੀ ਲਾਲ ਤੁਝ ਬਿਨ ਕੌਣ ਕਰੇ। ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ ਬੈਠ ਕੇ ਚੌਂਕੜਾ ਮਾਰ ਲਏ, ਇੱਕ ਛੋਟੀ ਜੀ ਪੀੜੀ ਜੀ ਉਹਦੇ ਉੱਤੇ ਠਾਕਰ ਰੱਖਤਾ, ਨਾ ਕੋਈ ਵਧੀਆ ਕੱਪੜਾ ਨਾ ਕੁਝ ਹੋਰ ਹੈ। ਸਭ ਅਰਦਾਸਾਂ ਕਰਦੇ ਨੇ, ਪਹਿਲਾਂ ਬਾਰੀ ਤੁਹਾਡੀ ਆ, ਤੁਸੀਂ ਕਰੋ, ਦੇਖੋ ਤੁਹਾਡੇ ਠਾਕਰ ਆਉਂਦੇ ਨੇ ਕਿ ਨਹੀਂ। ਨਾ ਆਏ। ਭਗਤ ਰਵਿਦਾਸ ਜੀ ਨੂੰ ਵੀ ਇਸ਼ਾਰਾ ਹੋਇਆ, ਤੁਸੀਂ ਕਿਰਪਾ ਕਰ ਦਿਓ, ਤੁਸੀਂ ਆਪਣੇ ਠਾਕਰ ਮੂਹਰੇ ਬੇਨਤੀ ਕਰੋ, ਉਹ ਆ ਜਾਣ। ਫਿਰ ਭਗਤ ਰਵਿਦਾਸ ਜੀ ਨੇ ਇਹ ਸ਼ਬਦ ਉਚਾਰਨ ਕਰਿਆ, ਐਸੀ ਲਾਲ। ਕੀ ਕਹਿੰਦੇ ਨੇ? ਐਸੀ ਐਸੀ ਲਾਲ ਤੁਝ ਬਿਨ ਕੌਣ ਕਹੈ, ਐਸੀ ਮੇਰੇ ਲਾਲ ਤੁਝ ਬਿਨ ਕੌਣ ਕਹੈ, ਐਸੀ ਮੇਰੇ ਲਾਲ ਤੁਝ ਬਿਨ ਕੌਣ ਕਹੈ, ਐਸੀ ਮੇਰੇ ਲਾਲ
ऐसी मेरे लाल तुझ बिन कौन करे, ऐसी मेरे लाल तुझ बिन कौन करे, ऐसी मेरे लाल तुझ बिन कौन करेगी, ऐसी मेरे लाल तुझ बिन कौन, ऐसी मेरे लाल तुझ बिन कौन करे, ऐसी मेरे लाल तुझ बिन कौन करे, ऐसे मेरे लाल तुझ बिन कौन करे, ऐसे मेरे लाल तुझ बिन कौन करे, ऐसी लाल तुझ बिन कौन करे, गरीब नवाज गुसैया मोरे, माथे छतर धरै, नीचो ऊच करे मेरा गोविंद, काहू ते न डरै, नामदेव कबीर तरलोचन, सतना सैन तरੈ, ਕਹਿ रविदास सुनो रे संतो, हर जियो ते सबੈ ਸਰੈ। बस भगत रविदास जी महाराज ਦੀ ਅਰਦਾਸ ਕਰਨ ਦੀ ਦੇਰ ਸੀ। ਉਸ ਗੰਗਾ ਦੇ ਉੱਪਰ ਦੀ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਮਹਾਰਾਜ ਜੀ ਦਾ ਜਿਹੜਾ ਠਾਕਰ ਹੈ ਨਾ, ਉਹ ਐ ਤਾਰੀਆਂ ਲਾਉਂਦਾ ਹੁੰਦਾ ਹੈ। ਬੈਠੇ ਸੀ ਭਗਤ ਰਵਿਦਾਸ ਜੀ ਆਪਣੀ ਮੌਜ ਵਿੱਚ ਤੇ ਅਰਦਾਸ ਬੇਨਤੀ ਕਰ ਰਹੇ ਸੀ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰ ਦਿਓ, ਜੇ ਅਗਰ ਕਿਤੇ ਅੱਜ ਤੁਸੀਂ ਨਾ ਆਏ ਨਾ, ਇਹ ਵਿਦਵਾਨ ਤਾਂ ਪਹਿਲਾਂ ਹੀ ਮੈਨੂੰ ਜਾਉਣਾ ਦੁੱਬਰ ਕਰਿਆ ਪਿਆ, ਸ਼ਾਇਦ ਜਾਨ ਤੋਂ ਹੀ ਨਾ ਕਿਤੇ ਮਾਰ ਦੇਣਾ। ਤੇ ਕਹਿ ਰਹੇ ਸੀ ਜੇ ਕਿਤੇ ਸਿਖਾ ਤੂੰ ਵੀ ਇਹ ਗੱਲ ਕਹਿ ਦੇਣਾ ਗੁਰੂ ਦੇ ਚਰਨਾਂ ਵਿੱਚ, ਆਪਣੇ ਇਸ਼ਟ ਦੇ ਜਿੱਥੇ ਜਿੱਥੇ ਵੀ ਤੇਰੀ ਭਾਵਨਾ ਹੈ ਉੱਥੇ ਕਹਿ ਇਹ ਗੱਲ, ਉਹ ਮੇਰਾ ਤਾਂ ਕੁਝ ਨਹੀਂ ਬਈ ਗਰੀਬ ਦਾ ਜਾਣਾ, ਆਜ ਲਖੂ ਤੇਰੇ ਨਾਮ ਨੂੰ, ਮੇਰਾ ਕੁਝ ਨਹੀਂ ਗਰੀਬ ਦਾ ਜਾਣਾ, ਆਜ ਲਖੂ ਤੇਰੇ ਨਾਮ ਨੂੰ, ਮੇਰਾ ਕੁਝ ਨਹੀਂ ਗਰੀਬ ਦਾ ਜੀ ਜਾਣਾ, ਆਜ ਲਖੂ ਤੇਰੇ ਨਾਮ ਨੂੰ, ਹੋ ਮੇਰਾ ਕੁਝ ਨਹੀਂ ਗਰੀਬ ਦਾ ਜਾਣਾ, ਆਜ ਲਖੂ ਤੇਰੇ ਨਾਮ ਨੂੰ, ਜੀ ਮੇਰਾ ਕੁਝ ਨਹੀਂ ਗਰੀਬ ਦਾ ਜਾਣਾ, ਆਜ ਲਖੂ ਤੇਰੇ ਨਾਮ ਨੂੰ, ਕੁਝ ਨਹੀਂ ਗਰੀਬ ਦਾ ਜਾਣਾ। ਆਜ ਲਖੂ ਤੇਰੇ ਨਾਮ ਨੂੰ, ਮੇਰਾ ਕੁਝ ਨਹੀਂ ਗਰੀਬ ਦਾ ਜਾਣਾ, ਲਾਜ ਲਖੂ ਤੇਰੇ ਨਾਮ ਨੂੰ, ਹੋ ਮੇਰਾ ਕੁਝ ਨਹੀਂ ਗਰੀਬ ਦਾ ਜੀ ਜਾਣਾ, ਲਾਜ ਲਖੂ ਤੇਰੇ ਨਾਮ ਨੂੰ, ਇਹ ਅਰਦਾਸਾਂ ਬੇਨਤੀਆਂ, ਐਸੀ ਲਾਲ ਤੁਝ ਬਿਨ ਕੌਣ ਕਰੇ, ਸੱਚੇ ਪਾਤਸ਼ਾਹ ਤੈਥੋਂ ਬਿਨਾ ਇਹ ਕੌਣ ਕਰ ਸਕਦਾ ਹੈ। ਇਸ ਕਰਕੇ ਹਰ ਯੁੱਗ ਯੁੱਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ, ਹਰ ਯੁੱਗ ਦੇ ਵਿੱਚ ਆਪਣੇ ਪਿਆਰਿਆਂ ਦੀ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ ਪਰਮੇਸ਼ਰ ਰਾਮ ਕਲੀ। महला तीजा नंद को ओंकार, सतगुर प्रसाद नंद पया मेरी माए, सतगुरु मैं पाया, सतगुर का पाया सहज सिद्धि, मन बुद्धियां बधाइयां, राग रतन परमार परिया, शब्द गावने आइया, अबरूता गावे हरि केरा, मन जीव लाया, जय नानक नंद सतगुरु मैं पाया, मानो मेरे आत्म सदा रहो हर नाल रहो तुम मन मेरे, दुख सब विसार अंगीकारो करे तेरा कार सब सुवारना, सबना गला समरथ सुअम सुखो मनो विसारे, नानक मन मेरे सदा रो हर नाले, हट साहिबा क्या नहीं करते रह, करता तेरा सब कुछ है जिस दे दो पावे।
ਸਦਾ ਸ਼ਬਦ ਸਲਾਹ ਤੇਰੀ ਨਾਮ ਮਨ ਵਸਾਵੇ ਆਨੰਦ ਕੈ ਮਨ ਵਸਿਆ ਬਾਜੀ ਸ਼ਬਦ ਕਲੇਰੇ ਲੈ ਨਾਨਕ ਸਚੋ ਜਾਏ ਗਿਆਨ ਨਹੀਂ ਕਰ ਤੇਰਾ ਸਚਾ ਨਾਮ ਮੇਰਾ ਆਧਾਰ ਹੋਵਾ ਨਾਮ ਆਧਾਰ ਮੇਰਾ ਜਿਨ ਮੁਖਾਂ ਦਾ ਭਗਵਾਨਾ ਕਰ ਜਾਂਦ ਜੁਗ ਮਨੇ ਆਇ ਵਸਿਆ ਜਿਨ ਇੱਛਾ ਜਪ ਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਕਰੋ ਪਿਆਰੋ ਸਦਾ ਨਾਮ ਮੇਰਾ ਆਧਾਰੋ ਬਾਜੀ ਪੰਥ ਜੋਤ ਤਿਸ ਕਰ ਭਾਗੈ ਕਾਰ ਕਿਰਪਾ ਕੈ ਸ਼ਬਦ ਵਾਜੇ ਕਲਾ ਜਿਸ ਕਰਤਾਰੀਆ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਦੁਰਜਨ ਕੋ ਤੇ ਨਾ ਮਰ ਕੇ ਲਾਗੇ ਜੀ ਨਾਨਕ ਬਤਾਇ ਲੋਕੋ ਆਦਿਤ ਕਰ ਅਨਾਦ ਵਾਜੇ ਆਨੰਦ ਸੁਨੋ ਬੜ ਭਾਗੀਓ ਸਗਲ ਮਨੋਰਥ ਪੂਰੇ ਆਨੰਦ ਰਹਿ ਪ੍ਰਭ ਪਾਇਆ ਉਤਰੇ ਸਗਲ ਦੂਰੇ ਰੂਪ ਰੋਗ ਸੰਤਾਪ ਪਿਤਰੇ ਸੁਣੀ ਸੱਚੀ ਬਾਣੀ ਓ ਸੰਤ ਰਾਜਨ ਪਏ ਰਾਜੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਦ ਕਹਿੰਦੇ ਬਿਲਦ ਰਾਤ ਗੁਰਿਆ ਭਰਪੂਰ ਮੰਤ ਨਾਨਕ ਪੁਰ ਜਾਣਾ ਲਾਗੇ ਬਾਜੇ ਅਨਾਦ ਪੂਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਗੇ ਅਰਦਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਰਸ਼ਨ ਕਰਨੀ ਮੰਤਰੀ ਜਾਈ ਰੰਗ ਦੋ ਤੇ ਉਦਾਸ ਰਾਮ ਦਾ ਸਾਧ ਸਹਾਇ ਦਿਨ ਹਰੀ ਸ੍ਰੀ ਹਰਿ ਸ਼੍ਰੀ ਹਰਿ ਸਿੰਘ ਜਾਈਏ ਜਿਸ ਰਿਠੇ ਸਭ ਪਿਤਾਏ ਤੇ ਮਾਧੋ ਚੰਗੇ ਕਰਨ ਹੁੰਦਾ ਵਿਤਾਸ ਖਾਈ ਗਏ ਸੋਚਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੁਤਾਨ ਹੋਈ ਸ਼ਾਇਦ ਦਸਾਂ ਪਾਤਸ਼ਾਹ ਦੀ ਅਤੁੱਟ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਪ ਪਿਆਰਿਆਂ ਚੌਂ ਸਭ ਜਲਦੀਆਂ 40 ਮੁਕਤੀਆਂ ਇਕੱਠੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਜੀ ਬਣ ਸਕਿਆ ਦੇਵ ਚਲਾਈ ਤੇਗ ਗਵਾਹੀ ਦੇ ਕੇ ਆਨ ਡਟ ਕੀਤਾ ਇਹਨਾਂ ਪਿਆਰਿਆਂ ਸੁਚਾਰਿਆਂ ਦੀ ਪਵਿੱਤਰ